ਮਾਮਲਾ ਮੇਰੇ ਪਿਤਾ ਜੀ ਔਰ ਮੇਰੇ ਵੱਲੋਂ ਨਗਰ ਪੰਚਾਇਤ ਦੇ ਵਿੱਚ ਕੰਮ ਕੀਤੇ ਗਏ ਸੀ। ਉਹਨਾਂ ਦੇ ਬਿੱਲ ਜੋ ਕਿ ਰਵਿੰਦਰ ਕੁਮਾਰ ਜੀ ਵੱਲੋਂ ਤਿਆਰ ਕੀਤੇ ਜਾਣੇ ਸੀ, ਪਰੰਤੂ ਉਹਦੇ ਵੱਲੋਂ ਬਹੁਤ ਵਾਰ ਪੈਸਿਆਂ ਦੀ ਮੰਗ ਕੀਤੀ ਗਈ। ਉਹਦੇ ਖਾਤਾ ਇਲਾਹਾਬਾਦ ਬੈਂਕ ਦੇ ਵਿੱਚ 60,000 ਰੁਪਏ ਪਾਉਣੇ ਵੀ ਪਏ, ਪਰੰਤੂ ਫਿਰ ਵੀ ਮੇਰੇ ਕੁਝ ਵੀ ਹੱਥ ਪੱਲੇ ਨਾ ਪਿਆ। ਔਰ ਇਸ ਚੀਜ਼ ਤੋਂ ਤੰਗ ਆ ਕੇ ਮੇਰੇ ਫਾਦਰ ਸਾਹਿਬ ਨੇ, ਪ੍ਰਾਣਨਾਥ ਖੰਨਾ ਜੀ ਨੇ ਸੁਸਾਈਡ ਕਰਤਾ। ਅਮਾਉਂਟ ਕਿੰਨਾ ਸੀ ਜਿਸ ਦੇ ਬਿੱਲ ਪੈਂਡਿੰਗ ਸੀ ਤੇ ਜੇਈ ਰਵਿੰਦਰ ਕੁਮਾਰ ਜੋ ਪੈਂਡਿੰਗ ਬਿੱਲ ਕਲੀਅਰ ਨਹੀਂ ਕਰ ਰਿਹਾ ਸੀ, ਅਮਾਉਂਟ ਕਿੰਨਾ ਸੀ? ਤਕਰੀਬਨ 20 ਲੱਖ। 20 ਲੱਖ। ਤੇ ਉਹਦੇ ਵੱਲੋਂ ਡਿਮਾਂਡ ਕੀ ਕੀਤੀ ਜਾ ਰਹੀ ਸੀ ਵੀ ਮੈਂ ਬਿੱਲ ਕਲੀਅਰ ਤਾਂ ਕਰਾਂਗਾ, ਤੇ ਕਿੰਨੇ ਕੋਈ ਪੈਸੇ ਮੰਗੇ ਜਾ ਰਹੇ ਸੀ ਜਾਂ ਕੁਝ ਹੋਰ? ਜੀ ਬਿਲਕੁਲ, ਮੈਂ ਇਹਦੇ ਖਾਤੇ ਦੇ ਵਿੱਚ ਵੀ ਪੈਸੇ ਪਾਏ ਸੀ। ਪੁਲਿਸ ਦੇ ਕੋਲ ਮਾਮਲਾ 135 31/12/2016 ਨੂੰ ਦਰਜ ਕਰਵਾਇਆ ਗਿਆ ਸੀ, ਜੋ ਕਿ ਮਾਨਯੋਗ ਅਦਾਲਤ ਦੇ ਵਿੱਚ ਚੱਲਦਾ ਪਿਆ ਵਾ। ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਕਾਰਨ ਇਹ ਹੈ ਕਿ ਮੇਰੇ ਕੇਸ ਦੇ ਨਾਲ ਬਹੁਤ ਸਾਰੀਆਂ ਇਨਕੁਆਇਰੀਆਂ ਜੁੜੀਆਂ ਹੋਈਆਂ ਸਨ, ਜੋ ਕਿ ਉੱਚ ਅਧਿਕਾਰੀਆਂ ਤੱਕ ਉਹਦੀਆਂ ਰਿਪੋਰਟਾਂ ਤਾਂ ਪਹੁੰਚੀਆਂ, ਪਰ ਉਹਨਾਂ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ। ਤੁਸੀਂ ਇਹ ਵੀ ਕਿਹਾ ਸੀ ਵੀ ਇਸ ਦੇ ਖਿਲਾਫ ਪਹਿਲਾਂ ਵੀ ਕੁਝ ਇਨਕੁਆਇਰੀਜ਼, ਡਿਪਾਰਟਮੈਂਟਲ ਇਨਕੁਆਇਰੀਜ਼ ਜਾਂ ਡੀਸੀ ਸਾਹਿਬ ਵੱਲੋਂ ਵੀ ਹੋਈਆਂ ਨੇ। ਕਾਰਗੁਜ਼ਾਰੀ ਦੀਆਂ ਰਿਪੋਰਟਸ ਜੋ ਕਿ ਇਹਦੇ ਖਿਲਾਫ ਜਿਨ੍ਹਾਂ ਦੇ ਵਿੱਚ ਇਹ ਸਰਾਸਰ ਦੋਸ਼ੀ ਪਾਇਆ ਗਿਆ ਸੀ, ਉਹ ਵੀ ਉੱਚ ਅਧਿਕਾਰੀਆਂ ਤੱਕ ਪਹੁੰਚੀਆਂ। ਉਹਨਾਂ ਨੂੰ ਵੀ ਅੱਜ ਤੱਕ ਠੰਡੇ ਬਸਤੇ ਦੇ ਵਿੱਚ ਰੱਖਿਆ ਹੋਇਆ ਜਾਂ ਕੋਈ ਹੋਰ ਡਾਕੂਮੈਂਟ। ਜਿਹੜੇ ਇਲਜ਼ਾਮ ਇਹ ਆਮ ਤੌਰ ਤੇ ਲੱਗਦੇ ਨੇ ਕਿ ਜਿਹੜੇ ਜੇਈ ਹੁੰਦੇ ਨੇ, ਐਸਓ ਹੁੰਦੇ ਨੇ, ਉਹ ਪੈਸੇ ਖਾ ਕੇ ਨਕਸ਼ੇ ਪਾਸ ਕਰ ਦਿੰਦੇ ਨੇ, ਇਹਦੇ ਸੱਚਾਈ ਹੈ? ਪੈਸੇ ਦੇਣ ਤਾਂ ਕੰਮ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਕਿ ਕੋਈ ਕਿਸੇ ਨੂੰ ਇੰਨਾ ਮਜਬੂਰ ਕਰ ਸਕਦਾ ਹੈ ਕਿ ਦੂਜੇ ਬੰਦੇ ਨੂੰ ਜਾਨ ਦੇਣਾ ਸੌਖਾ ਲੱਗੇ, ਉਹ ਵੀ ਉਦੋਂ ਜਦੋਂ ਮਾਮਲਾ ਪੈਸਿਆਂ ਦੇ ਲੈਣ ਦੇਣ ਦਾ ਹੋਵੇ। ਤੇ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਕਹਿੰਦੇ ਕੋਈ ਵਿਰਲਾ ਹੀ ਹੁੰਦਾ ਹੈ ਜਿਸ ਦਾ ਜ਼ਮੀਰ ਪੈਸਿਆਂ ਦੇ ਅੱਗੇ ਨਹੀਂ ਡੋਲਦਾ। ਤੁਹਾਡੇ ਨਾਲ ਦੋ ਮਾਮਲੇ ਸਾਂਝੇ ਕਰਾਂਗੇ। ਪਹਿਲਾ ਮਾਮਲਾ ਖਰੜ ਦਾ 2016 ਦਾ, ਜਦੋਂ ਖਰੜ ਕੋਰਟ ਦੇ ਵਿੱਚ ਇੱਕ ਕੰਟਰੈਕਟਰ ਤੇ ਅਬੇਪੁਰ ਪਿੰਡ ਦੇ ਸਾਬਕਾ ਸਰਪੰਚ ਕਰਮ ਸਿੰਘ ਵੱਲੋਂ ਸੁਸਾਈਡ ਕੀਤਾ ਗਿਆ ਤੇ ਇਲਜ਼ਾਮ ਲੱਗੇ ਸਨੀ ਇਨਕਲੇਵ ਯਾਨੀ ਕਿ ਬਾਜਵਾ ਡਿਵੈਲਪਰਸ ਦੇ ਮਾਲਕ ਜਰਨੈਲ ਸਿੰਘ ਬਾਜਵਾ ਤੇ ਉਹਨਾਂ ਦੇ ਇੱਕ ਸਾਥੀ ਤੇ। ਦੂਜਾ ਮਾਮਲਾ ਵੀ 2016 ਦਾ, ਪਰ ਮਾਮਲਾ ਹੈ ਮਾਲਪੁਰ ਦਾ, ਜਿੱਥੇ ਇੱਕ ਕੰਟਰੈਕਟਰ ਵੱਲੋਂ ਸੁਸਾਈਡ ਕੀਤਾ ਗਿਆ ਤੇ ਇਲਜ਼ਾਮ ਲੱਗੇ ਤਤਕਾਲੀ ਜੇਈ ਰਵਿੰਦਰ ਕੁਮਾਰ ਤੇ। ਫਿਲਹਾਲ ਸਾਡੇ ਨਾਲ ਮਾਲਪੁਰ ਦੇ ਵਿੱਚ ਸੁਸਾਈਡ ਕਰਨ ਵਾਲੇ ਕੰਟਰੈਕਟਰ ਦੇ ਬੇਟੇ ਮੌਜੂਦ ਨੇ, ਗੱਲਬਾਤ ਕਰਾਂਗੇ। ਭਾਈ ਤੁਹਾਡਾ ਨਾਮ ਕੀ ਹੈ? ਅੰਕਿਤ ਖੰਨਾ। ਅੰਕਿਤ ਜੀ, 2016 ਦੇ ਵਿੱਚ ਤੁਹਾਡੇ ਮੁਤਾਬਕ ਤੁਹਾਡੇ ਫਾਦਰ ਸਾਹਿਬ ਨੇ ਸੁਸਾਈਡ ਕੀਤਾ ਤੇ ਇਲਜ਼ਾਮ ਇੱਕ ਉਦੋਂ ਦੇ ਤਤਕਾਲੀ ਜੇਈ ਤੇ ਲੱਗੇ, ਮਾਮਲਾ ਕੀ ਸੀ? ਮਾਮਲਾ ਮੇਰੇ ਪਿਤਾ ਜੀ ਔਰ ਮੇਰੇ ਵੱਲੋਂ ਨਗਰ ਪੰਚਾਇਤ ਦੇ ਵਿੱਚ ਕੰਮ ਕੀਤੇ ਗਏ ਸੀ, ਜਿਨ੍ਹਾਂ ਦੇ ਅਦਾਇਗੀ ਬਿੱਲ ਰਵਿੰਦਰ ਕੁਮਾਰ ਜੀ ਵੱਲੋਂ ਤਿਆਰ ਕੀਤੇ ਜਾਣੇ ਸੀ। ਤੁਹਾਡੇ ਫਾਦਰ ਸਾਹਿਬ ਠੇਕੇਦਾਰ ਸਨ? ਜੀ ਬਿਲਕੁਲ। ਕਿਸ ਚੀਜ਼ ਦੇ ਠੇਕੇ ਲੈਂਦੇ? ਨਗਰ ਪੰਚਾਇਤ ਮਾਲਪੁਰ ਦੇ ਵਿੱਚ ਗਲੀਆਂ ਵਗੈਰਾ ਦੇ ਠੇਕੇ ਲੈਂਦੇ ਸੀ। ਉਹਨਾਂ ਦੇ ਬਿੱਲ ਜੋ ਕਿ ਰਵਿੰਦਰ ਕੁਮਾਰ ਜੀ ਵੱਲੋਂ ਤਿਆਰ ਕੀਤੇ ਜਾਣੇ ਸੀ, ਪਰੰਤੂ ਉਹਦੇ ਵੱਲੋਂ ਬਹੁਤ ਵਾਰ ਪੈਸਿਆਂ ਦੀ ਮੰਗ ਕੀਤੀ ਗਈ ਤੇ ਸਾਡੇ ਬਿੱਲਾਂ ਨੂੰ ਲਟਕਾਉਂਦਾ ਹੀ ਚਲ ਗਿਆ ਔਰ ਸਾਨੂੰ ਹਰਾਸ਼ ਕਰਦਾ ਰਿਹਾ। ਉਸ ਤੋਂ ਮਜਬੂਰ ਕਰਨ ਤੇ ਮੈਨੂੰ ਉਹਦੇ ਖਾਤਾ ਇਲਾਹਾਬਾਦ ਬੈਂਕ ਦੇ ਵਿੱਚ 60,000 ਰੁਪਏ ਪਾਉਣੇ ਵੀ ਪਏ, ਪਰੰਤੂ ਫਿਰ ਵੀ ਮੇਰੇ ਕੁਝ ਵੀ ਹੱਥ ਪੱਲੇ ਨਾ ਪਿਆ। ਔਰ ਇਸ ਚੀਜ਼ ਤੋਂ ਤੰਗ ਆ ਕੇ ਮੇਰੇ ਫਾਦਰ ਸਾਹਿਬ ਨੇ, ਪ੍ਰਾਣਨਾਥ ਖੰਨਾ ਜੀ ਨੇ ਸੁਸਾਈਡ ਕਰ ਲਿਆ। ਅਮਾਉਂਟ ਕਿੰਨਾ ਸੀ ਜਿਸ ਦੇ ਬਿੱਲ ਪੈਂਡਿੰਗ ਸੀ ਤੇ ਜੇਈ ਰਵਿੰਦਰ ਕੁਮਾਰ ਜੋ ਪੈਂਡਿੰਗ ਬਿੱਲ ਕਲੀਅਰ ਨਹੀਂ ਕਰ ਰਿਹਾ ਸੀ, ਅਮਾਉਂਟ ਕਿੰਨਾ ਸੀ? ਤਕਰੀਬਨ 20 ਲੱਖ। 20 ਲੱਖ। ਤੇ ਉਹਦੇ ਵੱਲੋਂ ਡਿਮਾਂਡ ਕੀ ਕੀਤੀ ਜਾ ਰਹੀ ਸੀ ਵੀ ਮੈਂ ਬਿੱਲ ਕਲੀਅਰ ਤਾਂ ਕਰਾਂਗਾ, ਤੇ ਕਿੰਨੇ ਕੋਈ ਪੈਸੇ ਮੰਗੇ ਜਾ ਰਹੇ ਸੀ ਜਾਂ ਕੁਝ ਹੋਰ? ਜੀ ਬਿਲਕੁਲ, ਮੈਂ ਇਹਦੇ ਖਾਤੇ ਦੇ ਵਿੱਚ ਵੀ ਪੈਸੇ ਪਾਏ ਸੀ, ਪਰੰਤੂ ਫਿਰ ਵੀ ਮੈਨੂੰ ਇਦਾਂ ਹੀ ਲਟਕਾਇਆ ਗਿਆ ਔਰ ਸਿੱਟੇ ਵਜੋਂ ਮੇਰੇ ਹੀ ਕੰਮਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰ ਦਿੱਤੀ ਗਈ, ਜੋ ਕਿ ਮੌਕੇ ਦੇ ਉੱਤੇ ਇਨਕੁਆਇਰੀ ਦੇ ਵਿੱਚ ਠੀਕ ਵੀ ਪਾਏ ਗਏ, ਪਰ ਉੱਚ ਅਧਿਕਾਰੀਆਂ ਵੱਲੋਂ ਵੀ। ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਤੁਸੀਂ ਪਿਛਲੇ ਦਿਨੀ ਕੁਰਾਲੀ ਦੇ ਵਿੱਚ ਵੀ ਇਸ ਰਵਿੰਦਰ ਕੁਮਾਰ ਜੀ ਦੀ ਕਾਰਗੁਜ਼ਾਰੀ ਦੇਖੀ ਹੋਵੇਗੀ। ਨਹੀਂ, ਮੈਂ ਅੱਗੇ ਵਧਾਂਗਾ, ਲੇਕਿਨ ਪਹਿਲਾਂ ਇਹ ਦੱਸੋ, ਜਦੋਂ ਤੁਹਾਡੇ ਫਾਦਰ ਸਾਹਿਬ ਨੇ ਸੁਸਾਈਡ ਕੀਤਾ ਤੁਸੀਂ ਉਸ ਚੀਜ਼ ਦੀ ਕੋਈ ਕੰਪਲੇਂਟ ਵੀ ਕੀਤੀ ਸੀ, ਕੋਈ ਮਾਮਲਾ ਦਰਜ ਹੋਇਆ ਕਿ ਨਹੀਂ ਹੋਇਆ? ਜੀ ਬਿਲਕੁਲ, ਇਸ ਚੀਜ਼ ਨੂੰ ਦੇਖ ਕੇ
ਪੁਲਿਸ ਦੇ ਕੋਲ ਮਾਮਲਾ 135 31/12/2016 ਨੂੰ ਦਰਜ ਕਰਵਾਇਆ ਗਿਆ ਸੀ, ਜੋ ਕਿ ਮਾਨਯੋਗ ਅਦਾਲਤ ਦੇ ਵਿੱਚ ਚੱਲਦਾ ਪਿਆ ਵਾ। ਔਰ ਮੈਨੂੰ ਪੂਰਾ ਯਕੀਨ ਆ ਮਾਨਯੋਗ ਅਦਾਲਤ ਵੱਲੋਂ ਮੈਨੂੰ ਪੂਰਾ ਇਨਸਾਫ ਮਿਲੇਗਾ। ਤੇ ਜੇ ਮਾਨਯੋਗ ਅਦਾਲਤ ਵਿੱਚ ਕੇਸ ਚੱਲਦਾ ਪਿਆ ਹੈ ਤੇ ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਤੁਹਾਡਾ ਖਾਸ ਕਾਰਨ ਕੀ ਹੈ? ਮੀਡੀਆ ਦੇ ਨਾਲ ਮੁਖਾਤਬ ਹੋਣ ਦਾ ਕਾਰਨ ਇਹ ਹੈ ਕਿ ਮੇਰੇ ਕੇਸ ਦੇ ਨਾਲ ਬਹੁਤ ਸਾਰੀਆਂ ਇਨਕੁਆਇਰੀਆਂ ਜੁੜੀਆਂ ਹੋਈਆਂ ਸਨ, ਜੋ ਕਿ ਉੱਚ ਅਧਿਕਾਰੀਆਂ ਤੱਕ ਉਹਦੀਆਂ ਰਿਪੋਰਟਾਂ ਤਾਂ ਪਹੁੰਚੀਆਂ, ਪਰ ਉਹਨਾਂ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ। ਉਸ ਤੋਂ ਇਲਾਵਾ ਇਸ ਜਈ ਰਵਿੰਦਰ ਕੁਮਾਰ ਦੀ ਕਾਰਗੁਜ਼ਾਰੀ, ਜੋ ਕਿ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਿੱਚ ਤੈਨਾਤੀ ਦੇ ਦੌਰਾਨ ਸੀ, ਉਹਦੇ ਬਾਰੇ ਵੀ ਕਾਰਗੁਜ਼ਾਰੀ ਦੀਆਂ ਰਿਪੋਰਟਸ ਜੋ ਕਿ ਇਹਦੇ ਖਿਲਾਫ, ਜਿਨ੍ਹਾਂ ਦੇ ਵਿੱਚ ਇਹ ਸਰਾਸਰ ਦੋਸ਼ੀ ਪਾਇਆ ਗਿਆ ਸੀ, ਉਹ ਵੀ ਉੱਚ ਅਧਿਕਾਰੀਆਂ ਤੱਕ ਪਹੁੰਚੀਆਂ। ਉਹਨਾਂ ਨੂੰ ਵੀ ਅੱਜ ਤੱਕ ਠੰਡੇ ਬਸਤੇ ਦੇ ਵਿੱਚ ਰੱਖਿਆ ਹੋਇਆ, ਕੋਈ ਵੀ ਐਕਸ਼ਨ ਨਹੀਂ ਇਹਦੇ ਉੱਤੇ ਲਿਆ ਗਿਆ। ਔਰ ਇਹ ਅਫਸਰ ਲੋਕਾਂ ਦਾ ਇਸੇ ਤਰ੍ਹਾਂ ਖੂਨ ਚੂਸਦਾ ਆ ਰਿਹਾ ਵਾ। ਤੇ ਤੁਸੀਂ ਕਹਿ ਰਹੇ ਹੋ ਹੁਣ ਵੀ ਚੂਸਦਾ ਆ ਰਿਹਾ ਹੈ, ਕੋਈ ਹੋਰ ਮਾਮਲਾ ਵੀ ਸਾਹਮਣੇ ਆਇਆ? ਜੀ ਬਿਲਕੁਲ, ਪਿਛਲੇ ਦਿਨੀ ਇੱਕ ਕੁਰਾਲੀ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਕਿ ਇੱਕ ਕੋਲੋਨਾਈਜ਼ਰ ਤੋਂ ਰਵਿੰਦਰ ਕੁਮਾਰ ਵੱਲੋਂ ਪੈਸੇ ਲਿੱਤੇ ਗਏ ਸੀ ਔਰ ਨਕਸ਼ੇ ਪਾਸ ਕਰਨ ਦੇ ਲਈ। ਫਿਰ ਉਸ ਤੋਂ ਬਾਅਦ ਉਹਨੂੰ ਖੱਜਲ ਖੁਆਰ ਵੀ ਕੀਤਾ ਗਿਆ। ਉਹਨਾਂ ਨੇ ਵੀ ਇਸ ਬਾਰੇ 'ਚ ਬਹੁਤ ਗੁਹਾਰ ਲਗਾਈ ਹੈ। ਮੈਂ ਵੀ ਇਸ ਚੀਜ਼ ਨੂੰ ਹੀ ਦਿਖਾਉਣ ਲਈ ਔਰ ਉੱਚ ਅਧਿਕਾਰੀਆਂ ਨੂੰ ਦੱਸਣ ਦੇ ਲਈ ਸਾਹਮਣੇ ਆਇਆ ਕਿ ਇਸ ਅਫਸਰ ਦੀ ਕਾਰਗੁਜ਼ਾਰੀ ਇਕੱਲੀ ਕੁਰਾਲੀ ਦੇ ਵਿੱਚ ਹੀ ਨਹੀਂ, ਬਲਕਿ ਜਿੱਥੇ ਜਿੱਥੇ ਵੀ ਉਹ ਜਾਂਦਾ ਹੈ, ਉੱਥੇ ਉੱਥੇ ਹੀ ਲੋਕਾਂ ਦਾ ਖੂਨ ਚੂਸਦਾ ਹੈ ਔਰ ਆਪਣੇ ਅਹੁਦੇ ਦਾ ਨਜਾਇਜ਼ ਫਾਇਦਾ ਚੱਕਦਾ ਹੈ। ਤੁਸੀਂ ਇਹ ਵੀ ਕਿਹਾ ਸੀ ਵੀ ਇਸ ਦੇ ਖਿਲਾਫ ਪਹਿਲਾਂ ਵੀ ਕੁਝ ਇਨਕੁਆਇਰੀਜ਼, ਡਿਪਾਰਟਮੈਂਟਲ ਇਨਕੁਆਇਰੀਜ਼ ਜਾਂ ਡੀਸੀ ਸਾਹਿਬ ਵੱਲੋਂ ਵੀ ਹੋਈਆਂ ਨੇ ਤੇ ਰਿਪੋਰਟਸ ਜਿਹੜੀਆਂ ਨੇ ਇਸ ਦੇ ਖਿਲਾਫ ਬਣੀਆਂ ਨੇ ਜੇਈ ਰਵਿੰਦਰ ਕੁਮਾਰ ਦੇ, ਪਰ ਐਕਸ਼ਨ ਕੋਈ ਨਹੀਂ ਹੋਇਆ। ਤਾਂ ਕਿੰਨੀਆਂ ਕਿ ਇਨਕੁਆਇਰੀਆਂ ਹੁਣ ਤੱਕ ਹੋ ਚੁੱਕੀਆਂ? ਜੀ ਬਿਲਕੁਲ, ਇਸ ਦੇ ਖਿਲਾਫ ਮੇਰੇ ਕੋਲ ਮੌਜੂਦ ਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵੱਲੋਂ ਇੱਕ ਇਨਕੁਆਇਰੀ ਕੀਤੀ ਗਈ ਸੀ, ਜਿਹਦੇ ਵਿੱਚ ਇਹ ਸਿੱਧੇ ਤੌਰ ਤੇ ਦੋਸ਼ੀ ਪਾਇਆ ਗਿਆ ਸੀ ਔਰ ਉਸ ਬਾਰੇ ਉੱਚ ਅਧਿਕਾਰੀਆਂ ਨੂੰ, ਇਸ ਦੇ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਸੀ, ਪਰੰਤੂ ਉਹ ਵੀ ਅੱਜ ਤੱਕ ਪੈਂਡਿੰਗ ਹੀ ਪਈ ਹੈ। ਇਸ ਤੋਂ ਇਲਾਵਾ ਰੀਜਨਲ ਡਿਪਟੀ ਡਾਇਰੈਕਟਰ ਜਲੰਧਰ ਜੀ ਵੱਲੋਂ ਕੁਝ ਇਨਕੁਆਇਰੀਆਂ ਕੀਤੀਆਂ ਗਈਆਂ ਸੀ, ਜਿਨ੍ਹਾਂ ਦੇ ਵਿੱਚ ਇਹ ਸਿੱਧੇ ਤੌਰ ਤੇ ਦੋਸ਼ੀ ਸੀ, ਉਹ ਵੀ ਅੱਜ ਤੱਕ ਠੰਡੇ ਬਸਤੇ ਦੇ ਵਿੱਚ ਹੀ ਰੱਖੀਆਂ ਹੋਈਆਂ ਨੇ। ਇੱਕ ਨਗਰ ਪੰਚਾਇਤ ਮਾਲਪੁਰ ਦਾ ਕੁਝ ਰਿਕਾਰਡ, ਜੋ ਕਿ ਰਿਕਾਰਡ ਆਪਣੇ ਕਬਜ਼ੇ ਦੇ ਵਿੱਚ ਰੱਖਣਾ ਕਾਨੂੰਨੀ ਜੁਰਮ ਹੈ। ਅੱਜ ਤੱਕ ਇੱਕ ਮੇਜਰਮੈਂਟ ਬੁੱਕ ਜੋ ਕਿ ਰਵਿੰਦਰ ਕੁਮਾਰ ਦੇ ਕਬਜ਼ੇ ਦੇ ਵਿੱਚ ਹੀ ਬੋਲ ਰਹੀ ਹੈ, ਨਗਰ ਪੰਚਾਇਤ ਮਾਲਪੁਰ ਦੇ ਮੁਤਾਬਕ। ਨਹੀਂ, ਉਹ ਤਾਂ ਮੇਰੇ ਖਿਆਲ 'ਚ ਹੁਣ ਕੁਰਾਲੀ, ਤੁਸੀਂ ਕਹਿ ਰਹੇ ਹੋ ਕੁਰਾਲੀ ਹੈ? ਜੀ ਬਿਲਕੁਲ, ਤਕਰੀਬਨ 3.5 ਸਾਲ ਤੋਂ ਉਹ ਮਾਲਪੁਰ ਤੋਂ ਜਾ ਚੁੱਕਿਆ ਹੈ, ਪਰ ਅੱਜ ਵੀ ਇੱਕ ਮੇਜਰਮੈਂਟ ਬੁੱਕ ਉਹਦੇ ਕੋਲ ਹੀ ਬੋਲ ਰਹੀ ਹੈ। ਮੇਜਰਮੈਂਟ ਬੁੱਕ ਆਪਣੇ ਕੋਲ ਰੱਖਣ ਦਾ ਖਾਸ ਕਾਰਨ ਕੀ ਹੋ ਸਕਦਾ ਹੈ? ਬਿਲਕੁਲ, ਇਸ ਚੀਜ਼ ਨੂੰ ਰਿਕਾਰਡ ਦੇ ਨਾਲ ਛੇੜਛਾੜ ਵੀ ਕਰਦਾ ਹੈ। ਤਕਰੀਬਨ ਜੋ ਕਿਸੇ ਦੇ ਨਾਲ ਸੌਦੇਬਾਜ਼ੀ ਕਰਨੀ ਹੁੰਦੀ ਹੈ, ਉਹਦਾ ਰਿਕਾਰਡ ਉਹਦੀ ਕਾਰ ਦੇ ਵਿੱਚ ਹੀ ਪਿਆ ਹੁੰਦਾ, ਜਿਵੇਂ ਨਕਸ਼ੇ ਜਾਂ ਕੋਈ ਹੋਰ ਡਾਕੂਮੈਂਟ। ਮਤਲਬ ਜਿਹੜੇ ਇਲਜ਼ਾਮ ਇਹ ਆਮ ਤੌਰ ਤੇ ਲੱਗਦੇ ਨੇ ਕਿ ਜਿਹੜੇ ਜੇਈ ਹੁੰਦੇ ਨੇ, ਐਸਓ ਹੁੰਦੇ ਨੇ, ਉਹ ਪੈਸੇ ਖਾ ਕੇ ਨਕਸ਼ੇ ਪਾਸ ਕਰ ਦਿੰਦੇ ਨੇ, ਇਹਦੇ ਸੱਚਾਈ ਹੈ? ਇਹਦੇ ਵੱਲੋਂ ਤਾਂ ਲੋਕਾਂ ਨੂੰ ਬਹੁਤ ਹੀ ਮਜਬੂਰ ਕੀਤਾ ਜਾਂਦਾ ਹੈ ਕਿ ਉਹ ਪੈਸੇ ਦੇਣ ਤਾਂ ਕੰਮ ਹੋਏਗਾ, ਨਹੀਂ ਤਾਂ ਨਹੀਂ ਹੋਏਗਾ। ਔਰ ਕੋਈ ਇੱਕ ਮਾਮਲਾ ਨਹੀਂ, ਇਹ ਨਗਰ ਕੌਂਸਲ ਗੜ੍ਹਦੀਵਾਲਾ ਦੇ ਵਿੱਚ ਵੀ ਇਹੀ ਕੁਝ ਕਰਦਾ ਰਿਹਾ, ਮਾਲਪੁਰ ਦੇ ਵਿੱਚ ਵੀ ਇਹੀ ਕੁਝ ਕਰਦਾ ਰਿਹਾ, ਹੁਣ ਕੁਰਾਲੀ ਦੇ ਵਿੱਚ ਵੀ ਇਹੀ ਕੁਝ ਕਰ ਰਿਹਾ। ਇਸ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਹਾਲਾਂਕਿ ਅਸੀਂ ਜੇਈ ਰਵਿੰਦਰ ਕੁਮਾਰ ਜੀ ਨੂੰ ਵੀ ਫੋਨ ਕੀਤਾ, ਪਹਿਲਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ, ਫੋਨ ਚੁੱਕਿਆ ਤੇ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ, ਸਾਫ਼ ਕੋਰੀ ਨਾ ਕਰ ਦਿੱਤੀ। ਫਿਰ ਅਸੀਂ ਕੋਸ਼ਿਸ਼ ਕੀਤੀ, ਫਿਰ ਫੋਨ ਸਵਿਚ ਆਫ ਆਏ ਉਹਨਾਂ ਤੇ। ਪਰ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਪ੍ਰਾਈਵੇਟ ਬਿਲਡਰ ਸਨੀ ਇਨਕਲੇਵ ਯਾਨੀ ਕਿ ਬਾਜਵਾ ਡਿਵੈਲਪਰਸ ਦਾ ਮਾਲਕ ਜਰਨੈਲ ਸਿੰਘ ਬਾਜਵਾ, ਜੋ ਹੁਣ ਬੀਤੇ ਕੁਝ ਦਿਨ ਪਹਿਲਾਂ ਵੀ ਜੇਲ੍ਹ ਦੇ ਵਿੱਚ ਜਾ ਕੇ ਆਇਆ ਹੈ, ਰਿਮਾਂਡ ਤੇ ਵੀ ਪੁਲਿਸ ਨੇ ਲਿਆ ਤੇ ਕਰੋੜਾਂ ਰੁਪਏ ਉਸਨੇ ਮਜਬੂਰਨ ਲੋਕਾਂ ਦੇ ਵਾਪਸ ਵੀ ਕੀਤੇ, ਕਿਉਂਕਿ ਕਾਨੂੰਨ ਦਾ ਡੰਡਾ ਸੀ। ਸਟੇਟ ਕਮਿਸ਼ਨ ਵੱਲੋਂ ਕਿਹਾ ਗਿਆ ਸੀ ਜੇਕਰ ਪੁਲਿਸ ਉਸ ਨੂੰ ਨਹੀਂ ਫੜਦੀ ਤਾਂ ਅਸੀਂ ਬਾਜਵਾ ਡਿਵੈਲਪਰਸ ਦਾ ਜਿਹੜਾ ਕੇਸ ਹੈ ਉਹ CBI ਨੂੰ ਮਾਰਕ ਕਰਾਂਗੇ, ਕਿਉਂਕਿ ਮਿਲੀ ਭੁਗਤ ਵੱਡੇ ਪੱਧਰ ਤੇ ਉੱਥੇ ਸਟੇਟ ਕਮਿਸ਼ਨ ਦੇ ਸਾਹਮਣੇ ਆ ਰਹੀ ਸੀ। ਤੇ ਉਸੇ ਦਿਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮਜਬੂਰਨ ਉਸ ਨੂੰ, ਕਿਉਂਕਿ ਜੇਲ੍ਹ ਤੋਂ ਜੇ ਬਾਹਰ ਆਉਣਾ ਸੀ, ਸ਼ਰਤ ਇਹ ਸੀ ਪਹਿਲਾਂ ਲੋਕਾਂ ਦੇ ਪੈਸੇ ਵਾਪਸ ਕਰੋ, ਤਾਂ ਕੁਝ ਲੋਕਾਂ ਦੇ
ਪੈਸੇ ਜੋ ਕਿ ਕਰੋੜਾਂ ਦੇ ਵਿੱਚ ਬਣਦੇ ਸੀ ਉਹ ਉਸਨੇ ਵਾਪਸ ਵੀ ਕੀਤੇ। ਹਾਲੇ ਵੀ ਮੇਰੇ ਖਿਆਲ 'ਚ ਜੋ ਕੇਸ ਨੇ ਉਹ ਕੁਝ ਕੁ ਲੋਕ ਰਹਿੰਦੇ ਵੀ ਨਹੀਂ ਪੈਸੇ ਲੈਣ ਤੋਂ। ਦੂਜੇ ਪਾਸੇ ਜਿਵੇਂ ਖੰਨਾ ਸਾਹਿਬ ਨੇ ਦੱਸਿਆ, ਇਹਨਾਂ ਦੇ ਫਾਦਰ ਸਾਹਿਬ ਦੇ ਬਿੱਲ ਕਰੀਬ 20 ਲੱਖ ਤੇ ਪੈਂਡਿੰਗ ਪਏ ਸੀ। ਜੇਈ ਰਵਿੰਦਰ ਕੁਮਾਰ ਜਦੋਂ ਮਾਲਪੁਰ ਦੇ ਵਿੱਚ ਸੇਵਾਵਾਂ ਦੇ ਰਹੇ ਸੀ ਉਦੋਂ ਉਹਨਾਂ ਨੇ ਉਹ ਬਿੱਲ ਕਲੀਅਰ ਨਹੀਂ ਕੀਤੇ ਤੇ ਪੈਸੇ ਦੀ ਤੰਗੀ ਕਰਕੇ ਜਾਂ ਕਹਿ ਲਓ ਆਪਣੇ ਹੱਕ ਦੀ ਕਮਾਈ ਨੂੰ ਲੈਣ ਦੇ ਲਈ ਇੱਕ ਬੰਦਾ ਇੰਨਾ ਕੁ ਪਰੇਸ਼ਾਨ ਹੋਇਆ ਸਰਕਾਰੀ ਅਫਸਰ ਤੋਂ ਕਿ ਉਸਨੇ ਸੁਸਾਈਡ ਕਰਨਾ ਠੀਕ ਸਮਝਿਆ। ਪਰ ਇਹ ਕਿਸੇ ਪਰੇਸ਼ਾਨੀ ਦਾ ਹੱਲ ਨਹੀਂ। ਪਰ ਤੁਸੀਂ ਇਹ ਸੋਚੋ ਕਿ ਬੰਦਾ ਕਿੰਨਾ ਕੁ ਮਜਬੂਰ ਹੋਣਾ ਹੈ। ਹੁਣ ਜਿਵੇਂ ਜਿੱਥੇ ਜਿੱਥੇ ਵੀ ਰਵਿੰਦਰ ਕੁਮਾਰ ਦੀ ਤੈਨਾਤੀ ਰਹੀ ਹੈ ਕਿ ਕੁਝ ਗੜਬੜ ਹੋਈ ਹੈ, ਮੇਰੇ ਖਿਆਲ ਦੇ ਵਿੱਚ ਇਨਕੁਆਇਰੀ ਹੋਣੀ ਚਾਹੀਦੀ ਹੈ। ਤੇ ਦੂਜੀ ਗੱਲ, ਜੇਕਰ ਕਿਸੇ ਵੀ ਸ਼ਖਸ ਨੂੰ ਇਹ ਲੱਗਦਾ ਹੈ, ਕਿਉਂਕਿ ਆਮ ਤੌਰ ਤੇ ਸੁਣਨ ਚ ਆਉਂਦਾ ਹੈ ਕਿ ਜੇਈ ਜੋ ਨੇ ਉਹ ਪੈਸੇ ਲੈ ਕੇ ਨਕਸ਼ੇ ਪਾਸ ਕਰ ਦਿੰਦੇ ਨੇ। ਜੇਕਰ ਤੁਹਾਨੂੰ ਵੀ ਤੁਹਾਡੇ ਇਲਾਕੇ ਵਿੱਚ ਵੀ ਕੋਈ ਅਜਿਹੀ ਸ਼ਿਕਾਇਤ ਮਿਲਦੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਣਦੀ ਕਾਰਵਾਈ ਉਸ ਕਰਪਟ ਅਧਿਕਾਰੀ ਦੇ ਖਿਲਾਫ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦਾ ਖਬਰਸਾਰ ਮੋਹਾਲੀ।